ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਆਪ ਜੀ ਸਰਵ ਕਰ ਰਹੇ ਹੋ। ਰਾਗ ਗੌਂਡ ਵਿੱਚ ਮਹਾਰਾਜ ਭਗਤ ਰਵਿਦਾਸ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। 875 ਅੰਗ ਤੇ ਕਥਾ ਗੁਰੂ ਸਾਹਿਬ ਦੀ ਦਇਆ ਮਿਆ ਨਾਲ ਪਹੁੰਚੀ ਹੈ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌਂਡ ਹੈ। ਬਾਣੀ ਮਹਾਰਾਜ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਦੂਜੇ ਘਰ ਸੁਰਤਾਲ ਵਿੱਚ ਇਸ ਬਾਣੀ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਅਕਾਲ ਪੁਰਖ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ। ਮੁਕੰਦ ਮੁਕੰਦ ਜਪਹੁ ਸੰਸਾਰ। ਇਹ ਸੰਸਾਰ ਦੇ ਲੋਕੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪੋ ਜਿਹੜਾ ਮੁਕੰਦ ਹੈ। ਮੁਕੰਦ ਕਿਹਨੂੰ ਕਹਿੰਦੇ ਨੇ? ਮੁਕੰਦ ਮੁਕੰਦ ਕਹਿੰਦੇ ਨੇ ਮੁਕਤੀ ਦੇਣ ਵਾਲੇ ਨੂੰ। ਜਿਹੜਾ ਮੁਕਤੀ ਦਾਤਾ ਉਹਨੂੰ ਕਹਿੰਦੇ ਨੇ ਮੁਕੰਦ। ਪਰਮੇਸ਼ਰ ਤੋਂ ਬਿਨਾਂ ਕੋਈ ਮੁਕਤੀ ਨਹੀਂ ਦੇ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਮੁਕਤੀ ਦਾਤੇ ਨੇ। ਜਦੋਂ ਉਸ ਬ੍ਰਹਮ ਸਰੂਪ ਵਿੱਚ ਸਥਿਤੀ ਹੋਵੇਗੀ ਫੇਰ ਹੀ ਮੁਕਤ ਹੋਵਾਂਗੇ ਨਾ। ਜਦੋਂ ਤੱਕ ਉਸ ਬ੍ਰਹਮ ਰੂਪ ਦੇ ਵਿੱਚ ਸਥਿਤ ਨਹੀਂ ਹੁੰਦੇ, ਸਾਡੀ ਬਿਰਤੀ ਬ੍ਰਹਮਾਕਾਰ ਨਹੀਂ ਹੁੰਦੀ, ਉਦੋਂ ਤੱਕ ਮੋਕਸ਼ ਤੇ ਮੁਕਤੀ ਦਾ ਅਨੁਭਵ ਨਹੀਂ ਹੋ ਸਕਦਾ। ਅਕਾਲ ਪੁਰਖ ਪਰਮੇਸ਼ਰ ਮੁਕਤੀ ਦਾਤਾ, ਇਸ ਕਰਕੇ ਉਹਦਾ ਨਾਮ ਹੈ ਮੁਕੰਦ। ਹੇ ਸੰਸਾਰ ਦੇ ਲੋਕੋ ਉਸ ਮੁਕਤੀ ਦਾਤੇ ਨੂੰ ਜਪੋ। ਮੁਕੰਦ ਮੁਕੰਦ ਜਪੋ ਸੰਸਾਰ। ਹੇ ਸੰਸਾਰ ਦੇ ਲੋਕੋ ਉਸ ਮੁਕਤੀ ਦਾਤੇ ਨੂੰ ਜਪੋ ਜਿਹੜਾ ਜੀਵ ਦੇ ਜਨਮ ਮਰਨ ਨੂੰ ਕੱਟ ਕੇ ਮੁਕਤੀ ਦੇਣ ਵਾਲਾ ਹੈ। ਬਿਨ ਮੁਕੰਦ ਤਨ ਹੋਏ ਔਹਾਰ। ਜੇ ਉਹਦਾ ਨਾਮ ਨਹੀਂ ਜਪਦੇ ਮੁਕਤੀ ਦਾਤੇ ਦਾ ਤਾਂ ਫਿਰ ਇਹ ਜਿਹੜਾ ਤਨ ਹੈ ਇਹ ਵਿਅਰਥ ਬੀਤ ਜਾਏਗਾ। ਫਿਰ ਇਹ ਜਨਮ ਦੀ ਬਾਜੀ ਆਪਾਂ ਹਾਰ ਜਾਵਾਂਗੇ। ਜੇ ਨਾ ਜਪਾਂਗੇ ਨਾ ਉਹਦਾ ਨਾਮ ਤਾਂ ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ ਫਿਰ ਹਾਰ ਜਾਓਗੇ। ਉਹ ਹਾਰ ਆ ਜਿਹੜਾ ਤਨ ਹੈ ਇਹ ਹਾਰ ਜਾਓਗੇ, ਇਹ ਵਿਅਰਥ ਬੀਤੇਗਾ। ਇਹ ਜ਼ਿੰਦਗੀ ਅਜਾਈ ਚਲੀ ਜਾਏਗੀ ਜੇ ਉਹਦਾ ਨਾਮ ਨਾ ਜਪੋਗੇ। ਜੇ ਉਹਦੇ ਨਾਮ ਦੀ ਆਰਾਧਨਾ ਨਾ ਕਰੋਗੇ ਤਾਂ ਫਿਰ ਇਹ ਜਨਮ ਵਿਅਰਥ ਹੋਵੇਗਾ। ਫਿਰ ਇਹ ਜਨਮ ਦੀ ਬਾਜੀ ਹਾਰ ਜਾਵੋਗੇ। ਸੋਈ ਮੁਕੰਦ ਮੁਕਤ ਕਾ ਦਾਤਾ। ਉਹੀ ਮੁਕੰਦ ਮੁਕਤੀ ਦਾ ਦਾਤਾ ਹੈ। ਉਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਮੁਕਤੀ ਦਾ ਦਾਨ ਦੇਣ ਵਾਲਾ ਹੈ। ਉਹਦੇ ਤੋਂ ਬਿਨਾਂ ਕੋਈ ਦੂਸਰਾ ਮੁਕਤੀ ਦਾਤਾ ਨਹੀਂ। ਉਹੀ ਮੁਕੰਦ ਅਕਾਲ ਪੁਰਖ ਪਰਮੇਸ਼ਰ ਮੁਕਤੀ ਦਾ ਦਾਤਾ ਹੈ। ਸੋਈ ਮੁਕੰਦ ਹਮਰਾ ਪਿਤ ਮਾਤਾ। ਉਹੀ ਮੁਕੰਦ ਅਕਾਲ ਪੁਰਖ ਪਰਮੇਸ਼ਰ ਸਾਡਾ ਮਾਂ ਤੇ ਪਿਓ ਹੈ। ਉਹ ਸਾਡਾ ਪਿਤਾ ਵੀ ਹੈ, ਉਹ ਸਾਡੀ ਮਾਂ ਵੀ ਹੈ, ਉਹੀ ਸਾਡਾ ਮਾਈ ਬਾਪ ਹੈ। ਜੀਵਤ ਮੁਕੰਦੇ ਮਰਤ ਮੁਕੰਦੇ। ਕਹਿੰਦੇ ਜੀਵਦਿਆਂ ਵੀ ਮੈਂ ਉਸੇ ਨੂੰ ਆਰਾਧਦਾ ਹਾਂ ਤੇ ਜਿਹੜੇ ਸਾਰਾ ਜੀਵਨ ਉਹਨੂੰ ਆਰਾਧਦੇ ਨੇ ਉਹ ਫਿਰ ਮਰਨ ਵੇਲੇ ਵੀ ਉਸੇ ਨੂੰ ਆਰਾਧਦੇ ਨੇ। ਜੀਵਤ ਮੁਕੰਦੇ ਮਰਤ ਮੁਕੰਦੇ। ਜੀਵਦਿਆਂ ਵੀ ਫਿਰ ਮਰਦਿਆਂ ਹੋਇਆਂ ਜਦੋਂ ਸਰੀਰ ਦਾ ਅੰਤਲਾ ਸਵਾਸ ਹੋਣਾ ਨਾ ਖਾਲਸਾ ਜੀ, ਜਦੋਂ ਉਦੋਂ ਚਿੰਤਨ ਚੱਲ ਪਿਆ ਪਰਮੇਸ਼ਰ ਦਾ ਫਿਰ ਮੁਕਤੀਆਂ। ਅੰਤਲੇ ਸਾਹ ਵਿੱਚ ਮੁਕਦਾਤਾ ਚੇਤੇ ਆਵੇ, ਇਸੇ ਕਰਕੇ ਅਸੀਂ ਹਰ ਸਾਹ ਨਾਲ ਉਹਨੂੰ ਆਰਾਧਨਾ।
ਕਿਉਂਕਿ ਅੰਤਲੇ ਸਵਾਸ ਨੇ ਫੈਸਲਾ ਕਰਨਾ ਵੀ ਤੁਸੀਂ ਜਾਣਾ ਕਿਸ ਪਾਸੇ ਹੈ। ਜੇ ਉਦੋਂ ਮੰਦਰਾਂ ਦਾ ਚਿੰਤਨ ਚੱਲਿਆ ਤਾਂ ਫਿਰ ਕਿਸ ਪਾਸੇ ਜਾਓਗੇ, ਗੁਰਬਾਣੀ ਦੱਸਦੀ ਹੈ। ਜੇ ਉਦੋਂ ਮਾਇਆ ਦਾ ਫੁਰਨਾ ਚੱਲ ਪਿਆ ਤੇ ਫਿਰ ਕਿੱਧਰ ਜਾਓਗੇ, ਉਹ ਵੀ ਗੁਰਬਾਣੀ ਦੱਸਦੀ ਹੈ। ਜੇ ਉਦੋਂ ਪੁੱਤਰਾਂ ਧੀਆਂ ਦਾ ਚਿੰਤਨ ਚੱਲ ਪਿਆ ਤੇ ਕਿਸ ਪਾਸੇ ਜਾਓਗੇ, ਗੁਰਬਾਣੀ ਨੇ ਉਹ ਵੀ ਦੱਸਿਆ। ਤੇ ਜੇ ਉਸ ਵੇਲੇ ਨਾਰਾਇਣ ਦਾ ਚਿੰਤਨ ਹੋਇਆ ਤੇ ਕਿਸ ਪਾਸੇ ਜਾਓਗੇ, ਗੁਰਬਾਣੀ ਉਹ ਵੀ ਦਰਸਾਉਂਦੀ ਹੈ। ਅੰਤਲੇ ਸਵਾਸ ਨੇ ਫੈਸਲਾ ਕਰਨਾ ਵੀ ਕਿਸ ਪਾਸੇ ਜਾਣਾ। ਇਸ ਕਰਕੇ ਮਹਾਂਪੁਰਸ਼ ਗੁਰਮੁਖ ਹੁਕਮ ਕਰਦੇ ਨੇ ਕਿ ਸਾਰੇ ਜੀਵਨ ਵਿੱਚ ਨਾਮ ਦੀ ਆਰਾਧਨਾ ਕਰੋ, ਕਿਉਂਕਿ ਸਾਨੂੰ ਨਹੀਂ ਪਤਾ ਵੀ ਅੰਤਲਾ ਸਾਹ ਕਿਹੜਾ ਹੋਣਾ। ਜਦੋਂ ਸਾਰੇ ਜੀਵਨ 'ਚ ਜਪਿਆ ਹੋਵੇਗਾ ਤੇ ਅੰਤਲੇ ਸਵਾਸ ਵਿੱਚ ਵੀ ਚੇਤੇ ਆਵੇਗਾ। ਜੇ ਸਾਰਾ ਜੀਵਨ ਜਪਿਆ ਹੀ ਨਹੀਂ ਤੇ ਫਿਰ ਅੰਤਲੇ ਸਮੇਂ ਵੀ ਯਾਦ ਨਹੀਂ ਆਉਣਾ ਪਰਮੇਸ਼ਰ। ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ, ਅਸੀਂ ਜੀਵਦਿਆਂ ਵੀ ਉਹਨੂੰ ਆਰਾਧਦੇ ਹਾਂ ਤੇ ਮਰਨ ਵੇਲੇ ਵੀ ਉਸ ਮੁਕਤੀ ਦਾਤੇ ਦੀ ਆਰਾਧਨਾ ਕਰਦੇ ਹਾਂ। ਆਕੇ ਸੇਵਕ ਕਉ ਸਦਾ ਆਨੰਦੇ। ਜਿਹੜੇ ਉਹਦੇ ਸੇਵਕ ਨੇ ਉਹ ਸਦਾ ਹੀ ਆਨੰਦ 'ਚ ਰਹਿੰਦੇ ਆ। ਉਹਦੇ ਸੇਵਕਾਂ ਦੇ ਅੰਦਰ ਸਦਾ ਹੀ ਖੇੜਾ ਬਣਿਆ ਰਹਿੰਦਾ। ਤਾਂ ਕਿ ਸੇਵਕ ਕਉ ਸਦਾ ਆਨੰਦੇ। ਉਹਦੇ ਸੇਵਕ ਸਦਾ ਹੀ ਆਨੰਦ 'ਚ ਰਹਿੰਦੇ ਨੇ। ਉਹ ਕਿਵੇਂ ਆਨੰਦ 'ਚ ਰਹਿ ਲੈਂਦੇ ਆ? ਉਹਦੇ ਸੇਵਕ ਕਿਵੇਂ ਆਨੰਦ 'ਚ ਰਹਿ ਲੈਂਦੇ ਆ? ਉਹ ਇਉਂ ਆਨੰਦ 'ਚ ਰਹਿ ਲੈਂਦੇ ਆ ਕਿਉਂਕਿ ਉਹਦੇ ਭਾਣੇ 'ਚ ਉਹਦੀ ਰਜਾ 'ਚ ਚੱਲਦੇ ਨੇ। ਉਹਦੀ ਰਜਾ ਵਿੱਚ ਰਾਜੀ ਹੋ ਕੇ ਚੱਲਦਿਆਂ ਕਹਿੰਦੇ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹਦੀ ਰਜਾ 'ਚ ਰਾਜੀ ਰਹਿ ਕੇ ਉਹ ਸਦਾ ਹੀ ਆਨੰਦ 'ਚ ਰਹਿੰਦੇ ਹਨ। ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਣੰ। ਉਹ ਮੁਕਤੀ ਦਾਤਾ ਵਾਹਿਗੁਰੂ ਸਾਡੇ ਪ੍ਰਾਣ ਹੈ। ਉਹ ਸਾਡੇ ਪ੍ਰਾਣਾਂ ਦਾ, ਸਾਡੀ ਜਿੰਦ ਦਾ ਆਸਰਾ ਹੈ। ਜਾਪ ਮੁਕੰਦ ਮਸਤਕ ਨਿਸ਼ਾਨੰ। ਇਹ ਭਾਈ ਜਿਹੜੇ ਉਹਦੇ ਜਾਪ ਨੂੰ ਜਪਦੇ ਨੇ ਉਹਨਾਂ ਦੇ ਭਾਗ ਜਾਗ ਪੈਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੇ ਭਾਗ ਜਾਗ ਪੈਂਦੇ ਆ ਮੱਥੇ ਦੇ, ਜਿਹੜੇ ਉਸ ਵਾਹਿਗੁਰੂ ਦੇ ਜਾਪ ਨੂੰ ਜਪਦੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ, ਜਿਨ੍ਹਾਂ ਦੇ ਭਾਗ ਜਾਗੇ ਹੋਏ ਨੇ ਉਹਦੇ ਨਾਮ ਨੂੰ ਜਪਦੇ ਨੇ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦੇ ਨੇ ਉਹਨਾਂ ਦੇ ਭਾਗ ਸਵੱਲੇ ਹਨ। ਸੇਵ ਮੁਕੰਦ ਕਰੈ ਬੈਰਾਗੀ। ਜਿਹੜੇ ਉਸ ਮੁਕੰਦ ਨੂੰ ਸੇਵਦੇ ਨੇ ਉਹ ਬੈਰਾਗੀ ਹੋ ਜਾਂਦੇ ਨੇ। ਉਹਦੇ ਜਾਪ ਨੂੰ ਜਪਣ ਵਾਲੇ ਬੈਰਾਗੀ ਹੋ ਜਾਂਦੇ ਨੇ। ਬੈਰਾਗੀ ਦਾ ਮਤਲਬ ਨਿਰਚਾਹਵਾਨ। ਉਹਨਾਂ ਨੂੰ ਕੋਈ ਖਵਾਇਸ਼ ਨਹੀਂ ਰਹਿੰਦੀ, ਉਹਨਾਂ ਅੰਦਰ ਕੋਈ ਕਾਮਨਾ ਨਹੀਂ ਰਹਿੰਦੀ। ਬੈਰਾਗੀ ਰਾਗ ਤੋਂ ਰਹਿਤ ਹੋ ਜਾਂਦੇ ਨੇ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਮੁਕੰਦ ਦੇ ਜਾਪ ਨੂੰ ਜਪਦੇ ਨੇ, ਸੇਵਦੇ ਨੇ। ਸੋਈ ਮੁਕੰਦ ਦੁਰਬਲ ਧਨ ਲਾਧੇ। ਉਹੀ ਮੁਕੰਦ ਦੁਰਬਲਾਂ ਦਾ ਧਨ ਹੈ। ਦੁਰਬਲ ਕਹਿੰਦੇ ਨੇ ਕਮਜ਼ੋਰ ਨੂੰ। ਕਹਿੰਦੇ ਕਮਜ਼ੋਰ ਵਾਸਤੇ ਪਰਮੇਸ਼ਰ ਦਾ ਨਾਮ ਧਨ ਬਲ ਦੇ ਸਮਾਨ ਹੈ। ਏਕ ਮੁਕੰਦ ਕਰੈ ਉਪਕਾਰ। ਕਹਿੰਦੇ ਉਹ ਇੱਕ ਮੁਕੰਦ ਹੈ ਜਿਹੜਾ ਸਾਰੇ ਸੰਸਾਰ ਦੇ ਜੀਆਂ ਤੇ ਉਪਕਾਰ ਕਰਦਾ। ਉਹ ਮੁਕਤੀ ਦਾਤਾ ਹੈ। ਸਭ ਤੋਂ ਵੱਡਾ ਉਪਕਾਰ ਉਹਨੇ ਸਾਨੂੰ ਮਨੁੱਖ ਬਣਾਇਆ ਹੈ। ਦੂਜਾ ਉਪਕਾਰ ਸਾਨੂੰ ਨੈਣ ਪ੍ਰਾਣ ਸਹੀ ਸਲਾਮਤ ਦਿੱਤੇ ਹੈ। ਤੀਸਰਾ ਉਪਕਾਰ ਫਿਰ ਉਹਨੇ ਸਾਨੂੰ ਖਾਣ ਨੂੰ ਭੋਜਨ ਦਿੱਤਾ ਹੈ। ਚੌਥਾ ਉਪਕਾਰ ਪਹਿਨਣ ਨੂੰ ਵਸਤਰ ਦੇ ਰਿਹਾ, ਰਹਿਣ ਨੂੰ ਮਕਾਨ ਦਿੱਤਾ। ਕਿੰਨੇ ਉਪਕਾਰ, ਸਾਹ ਲੈਣ ਨੂੰ ਹਵਾ ਦਿੱਤੀ ਹੈ।
ਵੇਖਣ ਵਾਸਤੇ ਸੂਰਜ ਚੰਦਰਮਾ ਦਾ ਪ੍ਰਬੰਧ ਕੀਤਾ ਹੋਇਆ ਵਿਧਾਤੇ ਨੇ, ਕੋਈ ਇੱਕ ਉਪਕਾਰ ਹੈ ਉਹਦਾ। ਕਹਿੰਦੇ ਉਹੀ ਮੁਕੰਦ ਹੈ ਜਿਹੜਾ ਸਾਰੇ ਸੰਸਾਰ ਦੇ ਜੀਆਂ ਤੇ ਉਪਕਾਰ ਕਰਦਾ ਹੈ। ਹਮਰਾ ਕਹਾ ਕਰੈ ਸੰਸਾਰ। ਕਹਿੰਦੇ ਆ ਸੰਸਾਰ ਹੁਣ ਸਾਡਾ ਕੀ ਕਰੇਗਾ ਭਲਾ, ਇਹ ਸਾਡਾ ਕੀ ਵਿਗਾੜੇਗਾ, ਇਹਦੇ ਚ ਹੁਣ ਅਸੀਂ ਕਿਵੇਂ ਭਲਾ ਖਚਤ ਹੋਵਾਂਗੇ ਜੇ ਉਹ ਦਾਤਾ ਸਾਡੇ ਤੇ ਉਪਕਾਰ ਕਰਨ ਵਾਲਾ। ਮੇਟੀ ਜਾਤ ਹੋਏ ਦਰਬਾਰ। ਕਹਿੰਦੇ ਪਰਮੇਸ਼ਰ ਨੇ ਸਾਡੀ ਜਾਤੀ ਅਭਿਮਾਨ ਨੂੰ ਮੇਟ ਦਿੱਤਾ, ਸਾਡੇ ਅੰਦਰ ਜਿਹੜਾ ਜਾਤ ਪਾਤ ਦਾ ਭੁਲੇਖਾ ਸੀ ਉਹ ਦੂਰ ਕਰ ਦਿੱਤਾ ਹੈ, ਔਰ ਆਪਣੇ ਦਰਬਾਰ ਦੇ ਵਿੱਚ ਸਤਿਗੁਰੂ ਜੀ ਨੇ ਪਾ ਲਿਆ, ਸਾਨੂੰ ਆਪਣੇ ਦਰਬਾਰ ਵਿੱਚ ਥਾਂ ਦੇ ਦਿੱਤੀ ਹੈ। ਤੋਹੇ ਮੁਕੰਦ ਜੋਗ ਜੁਗਤਾਰ। ਏ ਪ੍ਰਭੂ ਤੂੰ ਹੀ ਮੁਕਤੀ ਦਾਤਾ ਜੁਗਤੀ ਸਹਿਤ ਸੰਸਾਰ ਦੇ ਜੀਵਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਉਪਜਿਓ ਗਿਆਨ ਹੁਆ ਪਰਗਾਸ। ਕਹਿੰਦੇ ਹੁਣ ਸਾਡੇ ਅੰਦਰ ਗਿਆਨ ਉਪਜ ਆਇਆ, ਔਰ ਗਿਆਨ ਨਾਲ ਸਾਡੇ ਨੇਤਰਾਂ 'ਚ ਪ੍ਰਕਾਸ਼ ਹੋ ਗਿਆ, ਅੰਦਰ ਚਾਨਣਾ ਹੋ ਗਿਆ ਹੈ। ਕਰ ਕਿਰਪਾ ਲੀਨੇ ਕੀਟ ਦਾਸ। ਕਹਿੰਦੇ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਕੀੜਿਆਂ ਵਾਂਗੂ ਨੀਵੇਂ ਜਿਹਾ ਦਾਸਾਂ ਨੂੰ ਆਪਣਾ ਸੇਵਕ ਬਣਾ ਲਿਆ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਕੇ ਆਪਣਾ ਦਾਸ ਬਣਾ ਲਿਆ। ਕਹੁ ਰਬਿਦਾਸ ਅਬ ਤ੍ਰਿਸ਼ਨਾ ਚੂਕੀ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਅਖੀਰਲੀ ਪੰਕਤੀ 'ਚ, ਕਹਿੰਦੇ ਹੇ ਵਾਹਿਗੁਰੂ ਤੇਰੀ ਦਇਆ ਨਾਲ ਸਾਡੇ ਅੰਦਰੋਂ ਤ੍ਰਿਸ਼ਨਾ ਦੂਰ ਹੋ ਗਈ ਹੈ, ਹੁਣ ਕਿਸੇ ਪਦਾਰਥ ਦੀ ਤ੍ਰਿਸ਼ਨਾ ਸਾਡੇ ਅੰਦਰ ਨਹੀਂ ਰਹੀ। ਜਪ ਮੁਕੰਦ ਸੇਵਾ ਤਾਹੂ ਕੇ। ਕਹਿੰਦੇ ਕਿਵੇਂ ਤ੍ਰਿਸ਼ਨਾ ਦੂਰ ਹੋਈ, ਉਸ ਮੁਕੰਦ ਦਾ ਪਰਮੇਸ਼ਰ ਦਾ ਜਾਪ ਜਪ ਕੇ ਉਹਦੀ ਸੇਵਾ ਕੀਤਿਆਂ ਸਾਡੇ ਅੰਦਰੋਂ ਤ੍ਰਿਸ਼ਨਾ ਦੂਰ ਹੋਈ ਹੈ। ਗੌਂਡ ਜੇ ਉਹ 68 ਤੀਰਥ ਨਾਵੇ। ਖਾਲਸਾ ਜੀ ਹੁਣ ਭਗਤ ਰਵਿਦਾਸ ਜੀ ਉਹਨਾਂ ਦੀ ਗੱਲ ਕਰਦੇ ਜਿਹੜੇ ਸਾਧੂਆਂ ਦੀ ਨਿੰਦਾ ਕਰਦੇ ਨੇ। ਅੱਜ ਦਾ ਇਹ ਵਰਤਮਾਨ ਦਾ ਸਮਾਂ ਵੇਖੀਏ ਤੇ ਸਾਧੂਆਂ ਦੀ ਨਿੰਦਾ ਵੱਧ ਹੁੰਦੀ। ਸਾਡੀਆਂ ਤਾਂ ਜਿਹੜੀਆਂ ਕਥਾ ਦੀਆਂ ਸਟੇਜਾਂ ਨੇ, ਜਿੱਥੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੋਣਾ ਸੀ, ਉਹਨਾਂ ਸਟੇਜਾਂ ਤੋਂ ਹੀ ਸਾਡੇ ਬੁਲਾਰੇ ਤੇ ਪ੍ਰਚਾਰਕ ਸੰਤਾਂ ਤੇ ਸਾਧੂਆਂ ਦੀ ਭੰਡੀ ਕਰਦੇ, ਨਿੰਦਾ ਕਰਦੇ, ਸਾਧੇ ਕਰਦੇ ਆ ਜੀ, ਸੰਤਾ ਕਰਦੇ ਆ ਜੀ। ਆਹ ਵੇਖੋ ਜੀ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਇੱਥੇ ਜ਼ਿਕਰ ਕਰ ਰਹੇ ਨੇ ਜਿਹੜੇ ਸਾਧੂਆਂ ਦੀ ਨਿੰਦਾ ਕਰਦੇ। ਕਹਿੰਦੇ ਜੇ ਉਹ ਨਿੰਦਕ ਜਿਹੜਾ ਸਾਧੂਆਂ ਦੀ ਨਿੰਦਾ ਕਰਦਾ ਹੈ ਉਹ 68 ਤੀਰਥਾਂ ਤੇ ਜਾ ਕੇ ਨਹਾਵੇ, ਜੇ ਉਹ 68 ਤੀਰਥ ਨਹਾਵੇ, ਜੇ ਉਹ 68 ਤੀਰਥਾਂ ਤੇ ਜਾ ਕੇ ਨਹਾਵੇ, ਇਸ਼ਨਾਨ ਕਰੇ, ਜੇ ਉਹ ਦੁਆਦਸ ਸਿਲਾ ਪੂਜਾਵੇ। 12 ਜੋਤੀ ਲਿੰਗ ਨੇ, ਦੁਆ 10, 2 ਤੇ 10 ਯਾਨੀ ਕਿ 12 ਜੋਤੀ ਲਿੰਗ ਨੇ ਸ਼ਿਵ ਦੇ। ਕਹਿੰਦੇ ਭਾਵੇਂ ਉਹ ਦੁਆ 10 12 ਲਿੰਗਾਂ ਦੀ ਜਾ ਕੇ ਪੂਜਾ ਕਰੇ, 10 ਦਿਸ਼ਾਵਾਂ ਵਿੱਚ ਜਾ ਕੇ, ਜੇ ਉਹ ਕੂਪ ਤਟਾ ਦੇਵਾਵੇ, ਤੇ ਭਾਵੇਂ ਉਹ ਖੂਹ ਲਵਾਵੇ ਲੋਕਾਂ ਵਾਸਤੇ ਵੀ ਪਾਣੀ ਪੀਣ, ਕੂਪ ਜਾਂ ਤਟਾ ਤਲਾਬ ਲਵਾਵੇ, ਤਾਲ ਲਵਾਵੇ ਵੀ ਆਉਂਦੇ ਜਾਂਦੇ ਲੋਕ ਪਾਣੀ ਪੀਣ। ਕਹਿੰਦੇ ਜੀ ਮੈਂ ਉਪਕਾਰ ਕਰਦਾ, ਪਿਆਓ ਲਾ ਦੇਵੇ, ਖੂਹ ਲਾ ਦੇਵੇ, ਤਲਾਬ ਲਾ ਦੇਵੇ। ਕਹਿੰਦੇ ਇਹ ਸਾਰੇ ਚੰਗੇ ਕੰਮ ਕਰੇ, ਕਰੈ ਨਿੰਦ ਸਭ ਬਿਰਥਾ ਜਾਵੇ। ਜੇ ਉਹ ਇਹ ਸਾਰੇ ਚੰਗੇ ਕੰਮ ਕਰਦਾ ਜਿਹੜੇ ਉੱਪਰ ਦੱਸੇ ਨੇ, ਤੇ ਨਾਲ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਾ ਕਰਦਾ, ਤੇ ਕਹਿੰਦੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਕੇ ਉਹਦੇ ਸਾਰੇ ਹੀ ਕਰਮ ਜਿੰਨੇ ਨੇ ਖੂਹ ਖਾਤੇ 'ਚ ਪੈ ਜਾਂਦੇ, ਨਸ਼ਟ ਹੋ ਜਾਂਦੇ ਆ। ਭਾਵੇਂ ਉਹਨੇ ਤੀਰਥ ਲਵਾਏ ਹੋਣ ਤੇ ਭਾਵੇਂ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਹੋਵੇ, ਜੇ ਉਹ ਨਿੰਦਾ ਕਰਦਾ ਨਾ ਰੱਬ ਦੇ ਪਿਆਰਿਆਂ ਦੀ, ਤੇ ਫਿਰ ਸਭ ਕੁਝ ਵਿਅਰਥ ਚਲਾ ਜਾਂਦਾ, ਸਭ ਕੁਝ ਹੀ ਖੇਹ ਹੋ ਜਾਂਦਾ ਹੈ।
ਸਾਧ ਕਾ ਨਿੰਦਕ ਕੈਸੀ ਤਰੈ। ਭਗਤ ਰਵਿਦਾਸ ਜੀ ਕਹਿੰਦੇ ਸਾਧੂਆਂ ਦੀ ਨਿੰਦਾ ਕਰਨ ਵਾਲਾ ਨਿੰਦਕ ਕਿਵੇਂ ਤਰ ਸਕਦਾ? ਨਹੀਂ ਤਰ ਸਕਦਾ। ਜਿਹੜਾ ਸਾਧੂਆਂ ਦੀ ਨਿੰਦਾ ਕਰਦਾ ਉਹ ਕਿਵੇਂ ਤਰ ਸਕਦਾ? ਯਾਨੀ ਕਿ ਨਹੀਂ ਤਰ ਸਕਦਾ। ਸਰ ਪਰ ਜਾਨੋ ਨਰਕ ਹੀ ਪਰੈ। ਕਹਿੰਦੇ ਸਰ ਪਰ ਦਾ ਮਤਲਬ ਹੁੰਦਾ ਅਵਸ਼। ਆਪਾਂ ਕਹਿੰਦੇ ਨੇ ਇਹ ਕੰਮ ਅਵਸ਼ ਹੀ ਹੋਵੇਗਾ। ਭਗਤ ਰਵਿਦਾਸ ਜੀ ਕਹਿੰਦੇ ਅਵਸ਼ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲਾ ਉਹ ਨਰਕਾਂ 'ਚ ਹੀ ਪਵੇਗਾ। ਸਰ ਪਰ ਜਾਨੋ ਨਰਕ ਹੀ ਪਰੈ, ਕਹਿੰਦੇ ਅਵਸ਼ ਉਹ ਨਰਕਾਂ 'ਚ ਹੀ ਪਵੇਗਾ। ਉਹ ਨਰਕਾਂ ਵਿੱਚ ਹੀ ਗੋਤੇ ਖਾਵੇਗਾ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰੇਗਾ। ਰਹਾਉ ਜੇ ਉਹ ਗ੍ਰਹਣ ਕਰੈ ਕੁਲ ਖੇਤ। ਆ ਕੁਰਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਲੱਗਦਾ। ਲੋਕ ਕਹਿੰਦੇ ਬੜਾ ਪਵਿੱਤਰ, ਕਹਿੰਦੇ ਜਾਵੇ ਜਾ ਕੇ ਉਹ ਬੰਦਾ ਸੂਰਜ ਗ੍ਰਹਿਣ ਦੇ ਮੇਲੇ ਤੇ ਦਾਨ ਪੁੰਨ ਕਰੇ। ਉੱਥੇ ਬ੍ਰਹਮ ਸਰੋਵਰ ਹੈ, ਉਹਦੇ ਚ ਨਹਾਵੇ ਧੋਵੇ ਤੇ ਆਖੇ ਜੀ ਮੈਂ ਬੜੇ ਚੰਗੇ ਕੰਮ ਕੀਤੇ ਹਨ। ਹਰ ਪੈ ਨਾਰ ਸਿਗਾਰ ਸਮੇਤ। ਪੁਰਾਣਿਆਂ ਸਮਿਆਂ 'ਚ ਲੋਕ ਇਸਤਰੀਆਂ ਦਾ ਦਾਨ ਕਰਦੇ ਸੀ ਸ਼ਿੰਗਾਰ ਕਰਕੇ, ਵੀ ਅਗਲੇ ਜਨਮ 'ਚ ਫਿਰ ਮੈਨੂੰ ਇਸਤਰੀ ਮਿਲੇ ਤੇ ਇਸਤਰੀ ਦਾਨ ਕਰਨੀ। ਇਸਤਰੀ ਦਾਨ ਕਰਕੇ ਫਿਰ ਉਹਨਾਂ ਪੰਡਤਾਂ ਨੂੰ ਇਸਤਰੀ ਦੇ ਵਜਨ ਦੇ ਬਰਾਬਰ ਸੋਨਾ ਦਾਨ ਕਰਦੇ ਸੀ। ਇਦਾਂ ਦੀ ਰਵਾਇਤ ਸੀ। ਭਗਤ ਜੀ ਉਹਦਾ ਵੀ ਇੱਥੇ ਜ਼ਿਕਰ ਕਰਦੇ, ਕਹਿੰਦੇ ਕੋਈ ਸ਼ਿੰਗਾਰ ਦੇ ਸਮੇਤ ਆਪਣੀ ਇਸਤਰੀ ਨਾਰ ਆਦਿਕ ਜਿਹੜੀ ਆ ਉਹ ਵੀ ਦਾਨ ਕਰ ਦੇਵੇ। ਸਗਲੀ ਸਿਮਰਤ ਸ਼੍ਰਵਣੀ ਸੁਣੈ। ਸਾਰੀਆਂ ਸਿਮਰਤੀਆਂ ਸ਼ਾਸਤਰ ਵੇਦ ਆਪਣੇ ਕੰਨਾਂ ਨਾਲ ਸੁਣੇ। ਕਰੈ ਨਿੰਦ ਕਵਨੈ ਨਹੀਂ ਗੁਨੈ। ਇਹ ਸਾਰੇ ਚੰਗੇ ਕੰਮ ਕਰਕੇ ਜੇ ਉਹ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ ਤੇ ਫਿਰ ਇਹ ਸਾਰੇ ਚੰਗੇ ਕੰਮ ਕਿਸੇ ਗਿਣਤੀ 'ਚ ਨਹੀਂ ਪੈਣੇ। ਜੇ ਉਹ ਨਿੰਦਾ ਕਰਦਾ ਨਾ ਰੱਬ ਦੀ ਤੇ ਰੱਬ ਦੇ ਪਿਆਰਿਆਂ ਦੀ, ਕਰੈ ਨਿੰਦ ਕਵਨੈ ਨਹੀਂ ਗੁਨੈ, ਫਿਰ ਇਹ ਕਿਸੇ ਗਿਣਤੀ ਮਿਣਤੀ 'ਚ ਨਹੀਂ ਪੈਣੇ ਸਾਰੇ ਚੰਗੇ ਕੰਮ। ਇਹ ਸਭ ਭ੍ਰਸ਼ਟ ਹੋ ਜਾਣੇ ਨੇ। ਜੇ ਉਹ ਅਨਕ ਪ੍ਰਸਾਦ ਕਰਾਵੇ। ਕਹਿੰਦੇ ਜੇ ਉਹ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲਾ ਨਿੰਦਕ ਕਈ ਤਰ੍ਹਾਂ ਦੇ ਲੰਗਰ ਪ੍ਰਸ਼ਾਦੇ ਪਕਵਾਨ ਬਣਾ ਕੇ ਕਰੇ ਦਾਨ, ਕਈ ਤਰ੍ਹਾਂ ਦੇ ਪ੍ਰਸ਼ਾਦ ਬਣਾ ਕੇ ਦਾਨ ਕਰੇ। ਭੂਮ ਦਾਨ ਸ਼ੋਭਾ ਮੰਡਪ ਪਾਵੇ। ਭੂਮੀ ਦਾ ਦਾਨ ਕਰੇ, ਜ਼ਮੀਨ ਦਾਨ ਕਰੇ, ਸੋਹਣੇ ਮਕਾਨ ਮੰਡਪ ਮਹਿਲ ਆਦਿਕ ਉਹ ਦਾਨ ਪੁੰਨ ਕਰੇ। ਆਪਣਾ ਬਿਗਾਰ ਬਿਰਾਨਾ ਸਾਂਢੈ। ਇੱਥੋਂ ਤੱਕ ਕਿ ਆਪਣਾ ਵਿਗਾੜ ਕੇ ਕਿਸੇ ਦੂਜੇ ਦਾ ਸਵਾਰੇ, ਇਹ ਵੀ ਕੰਮ ਕਰੇ। ਆਪਣਾ ਵਿਗਾੜ ਕੇ ਕਿਸੇ ਦੂਜੇ ਦਾ ਕੰਮ ਸਵਾਰੇ। ਕਰੈ ਨਿੰਦ ਬਹੁ ਜੋਨੀ ਹਾਂਡੈ। ਪਰ ਜੇ ਉਹ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ ਤਾਂ ਇਹ ਸਾਰੇ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਉਹ ਜੋਨੀਆਂ 'ਚ ਹੰਡਦਾ, ਜੋਨੀਆਂ 'ਚ ਭਟਕਦਾ। ਜੋਨੀ ਹਾਂਡਾ ਦਾ ਮਤਲਬ ਹੁੰਦਾ ਵੀ ਭਟਕਦਾ। ਜੋਨੀਆਂ ਦੇ ਵਿੱਚ 84 ਲੱਖ ਜੋਨੀਆਂ 'ਚੋਂ ਭਟਕਦਾ ਜੇ ਉਹ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ। ਅਕਾਲ ਪੁਰਖ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲਾ ਭਾਵੇਂ ਉੱਪਰ ਦੱਸੇ ਸਾਰੇ ਚੰਗੇ ਕੰਮ ਕਰੇ, ਉਹ ਫਿਰ ਵੀ ਜੂਨੀਆਂ 'ਚ ਭਟਕਦਾ ਹੈ। ਨਿੰਦਾ ਕਹਾਂ ਕਰੋ ਸੰਸਾਰਾ। ਇਹ ਸੰਸਾਰ ਦੇ ਲੋਕੋ, ਰੱਬ ਦੇ ਪਿਆਰਿਆਂ ਦੀ ਨਿੰਦਾ ਕਿਉਂ ਕਰਦੇ ਹੋ? ਨਾ ਕਰਿਆ ਕਰੋ। ਸਾਧੂਆਂ ਦੀ ਨਿੰਦਾ ਨਾ ਕਰਿਆ ਕਰੋ। ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੀ ਨਿੰਦਾ ਨਾ ਕਰੋ। ਨਿੰਦਕ ਕਾ ਪ੍ਰਗਟ ਪਹਾਰਾ। ਜਿਹੜਾ ਨਿੰਦਕ ਹੁੰਦਾ ਨਾ, ਨਿੰਦਕ ਉਹਦੀ ਠੱਗੀ ਦੀ ਦੁਕਾਨ ਸਾਰੇ ਪਾਸੇ ਪ੍ਰਗਟ ਹੋ ਜਾਂਦੀ ਹੈ। ਪ੍ਰਗਟ ਪਹਾਰਾ, ਪਹਾਰਾ ਕਹਿੰਦੇ ਨੇ ਠੱਗੀ ਦੀ ਦੁਕਾਨ। ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ, ਉਹਨਾਂ ਦੀ ਠੱਗੀ ਦੀ ਜਿਹੜੀ ਦੁਕਾਨ ਹੈ ਉਹ ਸਾਰੇ ਸੰਸਾਰ 'ਚ ਪ੍ਰਗਟ ਹੋ ਜਾਂਦੀ ਹੈ। ਨਿੰਦਕ ਸੋਧ ਸਾਧ ਵਿਚਾਰਿਆ। ਕਹਿੰਦੇ ਭਾਈ ਇਹ ਗੱਲ ਸਾਧੂਆਂ ਨੇ ਵਿਚਾਰੀ ਹੈ ਕਿ ਜਿਹੜੇ ਨਿੰਦਕ ਨੇ ਉਹ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲਿਆਂ ਨੂੰ ਨਿੰਦਾ ਹੀ ਚੰਗੀ ਲੱਗਦੀ ਹੈ। ਇਹ ਸਾਧੂ ਜਨਾਂ ਨੇ ਵਿਚਾਰਿਆ ਹੈ। ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਸਾਧੂਆਂ ਨੇ ਇਸ ਗੱਲ ਦੀ ਵਿਚਾਰ ਕੀਤੀ ਹੈ
ਕਿ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ ਉਹ ਪਾਪੀ ਨੇ, ਔਰ ਉਹ ਪਾਪੀ ਨਰਕਾਂ ਦੇ ਵਿੱਚ ਸਿਧਾਰਦੇ ਨੇ, ਨਰਕਾਂ ਵਿੱਚ ਜਾਂਦੇ ਨੇ। ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਪਾਪੀ ਨਰਕਾਂ 'ਚ ਜਾਂਦੇ ਆ ਇਹੋ ਜਿਹੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ। ਅੱਜ ਕੱਲ ਤਾਂ ਕਥਾ ਹੀ ਨਿੰਦਾ ਨੂੰ ਕਹਿਣ ਲੱਗ ਪਏ ਐ। ਕਹਿੰਦੇ ਜੀ ਇਹੀ ਕਥਾ ਹੁੰਦੀ ਹੈ, ਜਿਉਂ ਭੰਡੀ ਕਰੋ। ਜਿਹੜੇ ਮਹਾਂਪੁਰਸ਼ ਸਾਧੂ ਪਹਿਲਾਂ ਹੋ ਗਏ ਉਹਨਾਂ ਦੀ ਨਿੰਦਾ ਵੀ ਕਰੀ ਜਾਂਦੇ। ਜੇ ਕੋਈ ਅੱਜ ਦੇ ਸਮੇਂ 'ਚ ਬੰਦਗੀ ਕਰਦਾ ਉਹਨਾਂ ਦੀ ਨਿੰਦਾ ਕਰੀ ਜਾਂਦੇ। ਠੀਕ ਹੈ, ਪਖੰਡੀ ਵੀ ਹੁੰਦੇ ਨੇ, ਪਰ ਸਾਰੇ ਪਖੰਡੀ ਨਹੀਂ ਹੁੰਦੇ। ਵਿਰਲੇ ਹੈਣ ਜਿਹੜੇ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਹਨ। ਤੋ ਉਹਨਾਂ ਦੀ ਸੋਭਾ ਮਹਾਰਾਜ ਜੀ ਨੇ ਗੁਰਬਾਣੀ 'ਚ ਕੀਤੀ ਆ। ਉਹਨਾਂ ਦੇ ਚਰਨਾਂ ਦੀ ਧੂੜ ਵੀ ਮੰਗੀ ਆ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਜੋੜ ਅਖੀਰ ਦੇ ਵਿੱਚ ਮਹਾਰਾਜ ਜੀ ਨੇ ਸਾਰੇ ਸ਼ਬਦਾਂ ਦਾ ਜਿਹੜਾ ਹੈ ਉਹ ਜੋੜ ਵੀ ਲਾਇਆ ਹੋਇਆ ਹੈ। ਕੁੱਲ ਸ਼ਬਦ 49 ਸ਼ਬਦਾਂ ਦਾ ਜੋੜ ਉਹ ਮਹਾਰਾਜ ਜੀ ਨੇ ਅਖੀਰ ਵਿੱਚ। ਰਾਗ ਗੌਂਡ ਦੀ ਇੱਥੇ ਸਮਾਪਤੀ ਹੋਈ ਹੈ। ਅੱਗੇ ਰਾਮਕਲੀ ਰਾਗ ਪ੍ਰਾਰੰਭ ਹੋ ਰਿਹਾ ਹੈ। ਗੁਰੂ ਸਾਹਿਬ ਦੀ ਦਇਆ ਮਾਇਆ ਨਾਲ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਅਗਾਧ ਬੋਧ ਬਾਣੀ ਹੈ। ਵਿਚਾਰਾਂ ਕਰਦਿਆਂ ਅਨੇਕ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਜੀ ਨੇ ਅਰਦਾਸ ਕਰਨੀ, ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।